ਜਿਨੀ ਤੁਧਨੋਂ ਧਨ ਕਇਆ, ਤਿਨ ਜਮ ਨੇੜ ਨਾ ਆਇਆ। ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਲਿਖਿਆ ਹੋਇਆ ਕਿ ਜਿਨ੍ਹਾਂ ਨੇ ਸਤਿਗੁਰੂ ਨੂੰ ਧਨ ਆਖਿਆ, ਜਮ ਉਹਦੇ ਨੇੜੇ ਨਹੀਂ ਆਉਂਦਾ ਤੇ ਸੰਸਾਰ ਦੇ ਕੋਈ ਕਸ਼ਟ ਉਹਨੂੰ ਨਹੀਂ ਆਉਂਦੇ। ਕਿਵੇਂ ਨਹੀਂ ਆਉਂਦੇ? ਕਿਉਂਕਿ ਜੇ ਉਹ ਗੁਰੂ ਨੂੰ ਧਨ ਆਖੇਗਾ, ਪਰ ਆਖੇਗਾ ਇੱਕ ਚਿੱਤ ਹੋ ਕੇ। ਦਸਵੇਂ ਪਾਤਸ਼ਾਹ ਨੇ ਅਕਾਲ ਉਸਤਤ ਵਿੱਚ ਲਿਖਿਆ, ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਤੇ ਉਹ ਕਾਲ ਫਾਸ ਕੇ ਬੀਚ ਨਾ ਆਇਓ। ਸੋ ਸਾਧ ਸੰਗਤ ਜੀ, ਆਪਣੀ ਰਸਨਾ ਨੂੰ ਪਵਿੱਤਰ ਕਰੋ ਅਤੇ ਸਾਰੇ ਹੀ ਆਖੋ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ। ਸਾਧ ਸੰਗਤ ਜੀ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਮਾਤਲੋਕ ਤੇ ਸਾਡਾ ਭਲਾ ਕਰਨ ਵਾਸਤੇ ਦਰਸ਼ਨ ਦਿੱਤੇ। ਸੱਚੇ ਪਾਤਸ਼ਾਹ ਪ੍ਰਭੂ ਰੂਪ ਸਨ ਤੇ 10ਵਾਂ ਗੁਰੂ ਨਾਨਕ ਸਨ। ਉਹਨਾਂ ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਅਤੇ ਸਾਨੂੰ ਵਿੱਦਿਆ ਦਾਨ ਦਿੱਤਾ। ਆਪਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਡੇ ਵਿੱਦਿਆ ਦੇ ਦਾਤੇ ਸਨ। ਇਸ ਕਰਕੇ ਆਪਾਂ ਸਾਰਿਆਂ ਨੂੰ ਹੀ, ਹਰ ਸਿੱਖ ਨੂੰ, ਹਰ ਨਾਮਧਾਰੀ ਨੂੰ ਇਹ ਚੇਤਾ ਰੱਖਦਿਆਂ ਹੋਇਆਂ ਆਪਣੇ ਗੁਰੂ ਨੂੰ, ਉਹਨਾਂ ਦੀ ਕਿਰਪਾ ਨੂੰ ਚੇਤਾ ਰੱਖਦਿਆਂ ਆਪਾਂ ਨੂੰ ਆਪ ਵੀ ਵਿੱਦਿਆ ਪੜ੍ਹਨੀ ਚਾਹੀਦੀ ਹੈ। ਵੱਧ ਤੋਂ ਵੱਧ ਵਿੱਦਿਆ ਪੜ੍ਹ ਕੇ ਆਪਾਂ ਵਿਦਵਾਨ ਬਣੀਏ ਅਤੇ ਵਿੱਦਿਆ ਦਾਨ ਦੇਣਾ ਸ਼ੁਰੂ ਕਰੀਏ। ਗਾਂ ਗਰੀਬ ਬੱਚਿਆਂ ਨੂੰ ਵਿੱਦਿਆ ਦਾਨ ਦੇਣਾ ਸ਼ੁਰੂ ਕਰੀਏ, ਕਿਉਂਕਿ ਵਿੱਦਿਆ ਦਾਨ ਉਹ ਦਾਨ ਹੈ ਜਿਹਨੂੰ ਕੋਈ ਖੋ ਨਹੀਂ ਸਕਦਾ ਤੇ ਇਹ ਗੁਆਚਦਾ ਵੀ ਨਹੀਂ। ਪੈਸੇ ਦਿੱਤੇ ਗੁਆਚ ਜਾਂਦੇ ਨੇ, ਜਾਇਦਾਦ ਕੋਈ ਖੋਹ ਲੈਂਦਾ, ਬਟੂਆ ਖੋਹ ਲੈਂਦਾ, ਸੋਨਾ ਖੋਹ ਲੈਂਦਾ, ਵਿੱਦਿਆ ਤੇ ਨਹੀਂ ਖੋਹ ਸਕਦਾ ਨਾ। ਇਹ ਤਾਂ ਜਿੰਨਾ ਚਿਰ ਸਰੀਰ ਰਹੇਗਾ ਉਹਨਾਂ ਚਿਰ ਨਾਲ ਹੀ ਰਹੇਗੀ। ਸੋ ਆਪਾਂ ਵਿੱਦਿਆ ਦਾਨ ਦੇਣਾ ਸ਼ੁਰੂ ਕਰੀਏ। ਵਿੱਦਿਆ ਦਾਨ ਦੇਣ ਵਾਸਤੇ ਤੁਸੀਂ ਜੇ ਅੱਧਾ ਘੰਟੇ ਦਾ ਸਮਾਂ ਵੀ ਹਰ ਰੋਜ਼ ਕੱਢ ਲਓ ਤਾਂ ਕੋਈ ਔਖੀ ਗੱਲ ਨਹੀਂ। ਜਿੱਥੇ ਆਪ ਜੀ ਹੋਰ ਕਈ ਪ੍ਰਕਾਰ ਦਾ ਦਾਨ ਕਰਦੇ ਹੋ, ਭਾਵੇਂ ਉਹ ਵੀ ਚੰਗੀ ਗੱਲ ਹੈ, ਪਰ ਵਿੱਦਿਆ ਦਾ ਦਾਨ ਦੇਣਾ ਸ਼ੁਰੂ ਕਰੋ। ਵਿੱਦਿਆ ਦਾਨ ਦੇ ਵਿੱਚ ਵਿਸ਼ੇਸ਼ ਰੂਪ 'ਚ ਬੱਚਿਆਂ ਨੂੰ ਦਿਓ ਅਤੇ ਵੈਸੇ ਤਾਂ ਕਿਸੇ ਨੂੰ ਵੀ ਦਿਓ। ਜਿਹੜਾ ਵੀ ਕੋਈ ਨੇੜੇ ਤੇੜੇ ਤੁਹਾਡੇ ਕੋਈ ਗਰੀਬ ਰਹਿੰਦਾ, ਕੋਈ ਅਨਪੜ੍ਹ ਰਹਿੰਦਾ, ਉਹਨੂੰ ਊੜਾ ਐੜਾ ਕਹਿ ਖੈ ਜੋ ਵੀ ਪੜ੍ਹਾ ਸਕਦੇ ਹੋ ਪੜ੍ਹਾਓ, ਪਰ ਵਿਸ਼ੇਸ਼ ਰੂਪ ਦੇ ਵਿੱਚ ਝੁੱਗੀਆਂ 'ਚ ਜਾ ਕੇ ਇਕੱਠੇ ਹੋ ਕੇ ਕਰ ਲਓ, ਜਾਂ 2-4 ਬੱਚਿਆਂ ਨੂੰ ਆਪਣੇ ਘਰ ਬੁਲਾ ਲਿਆ ਕਰੋ, ਉਹਨਾਂ ਨੂੰ ਵਿੱਦਿਆ ਦਾਨ ਦਿਓ। ਇਹ ਕਰੋ, ਇਹਦੇ ਨਾਲ ਸਤਿਗੁਰੂ ਜੀ ਆਪ ਜੀ 'ਤੇ ਅਪਾਰ ਖੁਸ਼ੀਆਂ ਕਰਨਗੇ ਅਤੇ ਆਪ ਜੀ ਨੂੰ ਬਖਸ਼ਿਸ਼ ਕਰਕੇ ਆਪ ਜੀ ਦੀਆਂ ਸਾਰੀਆਂ ਮਨੋਕਾਮਨਾਵਾਂ ਸਤਿਗੁਰੂ ਜੀ ਪੂਰੀਆਂ ਕਰਨਗੇ। ਤੋ ਸਾਧ ਸੰਗਤ ਜੀ, ਸਤਿਗੁਰੂ ਦੇ ਬਾਰੇ ਸਤਿਗੁਰੂ ਨਾਨਕ ਪਾਤਸ਼ਾਹ ਨੇ ਲਿਖਿਆ, ਸਤਿਗੁਰ ਵਿੱਚ ਆਪ ਰੱਖਿਆ, ਕਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਦੇ ਵਿੱਚ ਪਰਮਾਤਮਾ ਨੇ ਆਪਣਾ ਆਪ ਰੱਖਿਆ ਹੋਇਆ। ਇਸ ਕਰਕੇ ਸਤਿਗੁਰੂ ਦੇ ਵਾਸਤੇ ਇਹ ਵੀ ਲਿਖਿਆ ਹੈ ਕਿ ਸਤਿਗੁਰ ਦਾਤਾ ਸਭਨਾ ਵਸਤੂ ਕਾ, ਵਸਤੂ ਤੋਂ ਭਾਵ ਵਸਤੂ ਦਾ। ਇਹ ਗੁਰਬਾਣੀ ਵਿੱਚ ਗੁਰੂ ਸਾਹਿਬ ਦੇ ਲਿਖੇ ਬਚਨ ਨੇ, ਭਗਤਾਂ ਦੇ ਵੀ ਨਹੀਂ ਗਏ। ਭਾਵ ਇਹ ਹੈ ਕਿ ਸਤਿਗੁਰੂ ਸਾਰੀਆਂ ਚੀਜ਼ਾਂ ਨੂੰ ਦੇ ਸਕਦਾ ਹੈ ਤੇ ਦਿੰਦਾ ਹੈ। ਜਿਹੜੇ ਲੋਕ ਅੱਜ ਕੱਲ੍ਹ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਸੱਚੇ ਪਾਤਸ਼ਾਹ ਸਾਡੇ ਸਿੱਖ ਗੁਰੂ ਸਾਹਿਬਾਨ ਜਿਹੜੇ ਸਨ ਉਹ ਇੱਕ ਸਧਾਰਨ ਮਨੁੱਖ ਸਨ, ਉਹਨਾਂ ਨੇ ਕੋਈ ਕਰਾਮਾਤ ਨਹੀਂ ਵਿਖਾਈ, ਇਤਿਹਾਸ ਵਿੱਚ ਸਾਖੀਆਂ ਲਿਖੀਆਂ ਹੋਈਆਂ ਨੇ ਉਹ ਝੂਠ ਨੇ।
ਜਿਹੜੇ ਸੱਜਣ ਇਹ ਸਿੱਧ ਕਰਨਾ ਚਾਹੁੰਦੇ ਨੇ ਉਹ ਸੱਜਣ ਸ਼ਾਇਦ ਆਪਣੇ ਆਪ ਨੂੰ ਸਿੱਖ ਸਮਝਦੇ ਨੇ, ਅਖਵਾਉਂਦੇ ਵੀ ਨੇ, ਪਰ ਉਹ ਭੋਲੇਪਣ ਵਿੱਚ ਜਾਂ ਜਾਣ ਬੁੱਝ ਕੇ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਨੇ, ਕਿਉਂਕਿ ਇਹਨਾਂ ਗੱਲਾਂ ਨਾਲ ਸਿੱਖਾਂ ਦੀ ਸ਼ਰਧਾ ਘਟਦੀ ਹੈ। ਸਧਾਰਨ ਮਨੁੱਖ ਦੇ ਉੱਤੇ ਕੋਈ ਸ਼ਰਧਾ ਨਹੀਂ ਬਣਾਏਗਾ। ਸ਼ਰਧਾ ਤਾਂ ਗੁਰੂ ਦੀਆਂ ਕਰਾਮਾਤਾਂ ਸੁਣ ਕੇ ਹੀ ਆਉਂਦੀ ਹੈ। ਸੋ ਇਸ ਕਰਕੇ ਆਪਾਂ ਨੂੰ ਆਪਣੇ ਗੁਰੂ ਉੱਤੇ ਪੂਰੀ ਸ਼ਰਧਾ ਰੱਖਣੀ ਚਾਹੀਦੀ ਹੈ। ਔਰ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਇਹ ਵੀ ਲਿਖਿਆ, ਸਤਿਗੁਰ ਸੇਵੇ ਤਾਂ ਸਭ ਕੁਛ ਪਾਏ। ਗੁਰੂ ਦੀ ਸੇਵਾ ਜਿਹੜੀ ਹੈ ਉਹ ਕਰਨ ਨਾਲ ਹਰ ਚੀਜ਼ ਦੀ ਪ੍ਰਾਪਤੀ ਹੁੰਦੀ ਹੈ, ਇੱਕ ਨਹੀਂ ਸਭ ਕੁਛ ਪਾਏ। ਸੋ ਇਹ ਵੀ ਲਿਖਿਆ, ਜਿਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ। ਜਿਹੋ ਜੀ ਇੱਛਾ ਕਰਕੇ ਜਿਹੜੀ ਵੀ ਮੰਗ ਮੰਗੇ ਉਹੋ ਜਿਹਾ ਹੀ ਫਲ ਪ੍ਰਾਪਤ ਹੋ ਜਾਂਦਾ। ਔਰ ਜਿਵੇਂ ਮੈਂ ਪਹਿਲਾਂ ਕਿਹਾ ਸੀ, ਸਤਿਗੁਰ ਦਾਤਾ ਸਭਨਾ ਵਸਤੂ ਕਾ ਪੂਰੇ ਭਾਗ ਮਿਲਾਵਣਿਆ। ਉਹ ਪੂਰੇ ਭਾਗ ਹੋਣ ਤਾਂ ਹੀ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਅਤੇ ਉਸ ਪੂਰੇ ਗੁਰੂ ਨੂੰ ਮਿਲ ਕੇ ਸਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ। ਉਹ ਸਾਧ ਸੰਗਤ ਜੀ, ਆਪ ਜੀ ਗੁਰੂ ਵਾਲੇ ਹੋ, ਗੁਰੂ ਦੇ ਚਰਨੀ ਲੱਗੇ ਹੋ, ਇਸ ਕਰਕੇ ਵੱਡੇ ਭਾਗਾਂ ਵਾਲੇ ਹੋ। ਸਾਰਿਆਂ ਨੂੰ ਗੁਰੂ ਨਹੀਂ ਪ੍ਰਾਪਤ ਹੁੰਦਾ। ਗੁਰੂ ਤਾਂ ਕੀ ਪ੍ਰਾਪਤ ਹੁੰਦਾ, ਉਹਨਾਂ ਨੂੰ ਸੋਝੀ ਨਹੀਂ ਆਉਂਦੀ ਕਿ ਗੁਰੂ ਕੋਈ ਹੈਗਾ ਵੀ ਹੈ ਤੇ ਅਸੀਂ ਗੁਰੂ ਦੇ ਚਰਨੀ ਲੱਗਣਾ। ਸੋ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਵਾਸਤੇ ਇੱਕ ਕਥਾ ਜਥੇਦਾਰ ਗੁਰਦੀਪ ਸਿੰਘ ਜੀ ਸੁਣਾਉਂਦੇ ਹੁੰਦੇ ਨੇ। ਉਹ ਸੁਣਾਉਂਦੇ ਹੁੰਦੇ ਨੇ ਕਿ ਕੋਈ ਸਿੱਖ ਗਿਆ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਦਰਸ਼ਨ ਕਰਨ। ਉਹਨੇ ਬੜੀ ਭੇਟਾ ਦਿੱਤੀ, ਆਪਣੇ ਵੱਲੋਂ ਬੜੀ ਸੇਵਾ ਕੀਤੀ, ਤੇ ਗੁਰੂ ਜੀ ਨੇ ਬਚਨ ਕੀਤਾ ਕਿ ਤੈਨੂੰ ਗੁਰੂ ਦੀਆਂ ਖੁਸ਼ੀਆਂ। ਉਹ ਵਿਚਾਰਾ ਨਿਰਾਸ਼ ਜਿਹਾ ਹੋ ਗਿਆ। ਉਹਨੇ ਆਖਿਆ ਵੀ ਇਹ ਮੈਨੂੰ ਤਾਂ ਸੁੱਕੀਆਂ ਗੁਰੂ ਦੀਆਂ ਖੁਸ਼ੀਆਂ ਆ ਕੇ ਤੋੜ ਦਿੱਤਾ। ਰਾਹ 'ਚੋਂ ਤੁਰਿਆ ਆਉਂਦਾ ਸੀ ਤੇ ਬੜਾ ਨਿਰਾਸ਼ ਸੀ। ਉਹਨੂੰ ਕੋਈ ਹੋਰ ਸਿੱਖ ਮਿਲਿਆ। ਉਹ ਸਿੱਖ ਨੇ ਪੁੱਛਿਆ ਵੀ ਕੀ ਗੱਲ ਹੈ, ਕਿੱਥੋਂ ਆਇਆ? ਉਹ ਆਂਦਾ ਮੈਂ ਤਾਂ ਦਰਸ਼ਨ ਕਰਕੇ ਆਇਆ। ਤੇ ਉਹ ਆਂਦਾ ਜੇ ਦਰਸ਼ਨ ਕਰਕੇ ਆਇਆ ਤਾਂ ਨਿਰਾਸ਼ ਕਿਉਂ ਹੈ? ਉਹ ਆਂਦਾ ਨਿਰਾਸ਼ ਇਸ ਕਰਕੇ ਆ ਵੀ ਮੈਨੂੰ ਤਾਂ ਸੁੱਕੀਆਂ ਗੁਰੂ ਦੀਆਂ ਖੁਸ਼ੀਆਂ ਆ ਕੇ ਤੋੜ ਦਿੱਤਾ ਨਾ। ਆਂਦਾ ਕਿ ਤੂੰ ਇਸ ਤਰ੍ਹਾਂ ਕਰ ਕਿ ਜਿਹੜੀਆਂ ਤੈਨੂੰ ਸੁੱਕੀਆਂ ਗੁਰੂ ਦੀਆਂ ਖੁਸ਼ੀਆਂ ਦਿੱਤੀਆਂ ਨਾ ਉਹ ਮੈਨੂੰ ਦੇ ਦੇ, ਤੇ ਤੂੰ ਮੇਰੇ ਤੋਂ ਆ ਪਦਾਰਥ ਲੈ ਲੈ। ਜੋ ਉਹਦੇ ਕੋਲ ਥੋੜ੍ਹਾ ਬਹੁਤਾ ਹੈਗਾ ਸੀ ਉਹਨੇ ਉਹਨੂੰ ਦੇ ਦਿੱਤਾ ਤੇ ਗੁਰੂ ਦੀਆਂ ਖੁਸ਼ੀਆਂ ਲੈ ਲਈਆਂ। ਉਹ ਖੁਸ਼ ਹੋ ਕੇ ਘਰ ਚਲਾ ਗਿਆ। ਜਦੋਂ ਘਰ ਗਿਆ ਤੇ ਘਰ ਵਾਲੀ ਨੇ ਆਖਿਆ ਕਿ ਸਾਡੇ ਤਾਂ ਸਾਰੇ ਭਾਂਡੇ ਸੋਨੇ ਦੇ ਹੋ ਗਏ ਸੀ ਤੇ ਇਸ ਦਿਨ ਉਹ ਭਾਂਡੇ ਫਿਰ ਵਾਪਸ ਪਿੱਤਲ ਦੇ ਲੋਹੇ ਦੇ ਹੋ ਗਏ ਨੇ, ਕੀ ਹੋਇਆ? ਉਹ ਹੈਰਾਨੀ 'ਚ ਪੈ ਗਿਆ। ਫਿਰ ਉਹਨੇ ਸੋਚਿਆ ਕਿ ਇਸ ਤਰ੍ਹਾਂ ਇਸ ਦਿਨ ਤਾਂ ਮੈਨੂੰ ਗੁਰੂ ਦੀਆਂ ਖੁਸ਼ੀਆਂ ਮਿਲੀਆਂ ਸੀ, ਇਸ ਦਿਨ ਮੈਂ ਗੁਰੂ ਦੀਆਂ ਖੁਸ਼ੀਆਂ ਵੇਚ ਦਿੱਤੀਆਂ ਸੀ, ਇਸ ਕਰਕੇ ਇਹ ਹੋ ਗਿਆ। ਫਿਰ ਉਹ ਭੱਜਾ ਭੱਜਾ ਉਹ ਸਿੱਖ ਦੇ ਕੋਲ ਆਇਆ, ਤਰਲਾ ਮਿਹਨਤ ਕੀਤਾ। ਖੈਰ ਉਹ ਲੰਬੀ ਚੌੜੀ ਸਾਖੀ ਹੈ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਸਾਖੀਆਂ ਜਿਹੜੀਆਂ ਨੇ ਇਹ ਝੂਠ ਨਹੀਂ, ਇਹ ਸੱਚ ਨੇ। ਉਹਨਾਂ ਨੂੰ ਬਹੁਤਾ ਸਵਾਦੀ ਬਣਾਉਣ ਲਈ ਉਹਦੇ ਵਿੱਚ ਥੋੜ੍ਹਾ ਜਿਹਾ ਮਿਰਚ ਮਸਾਲਾ ਖੰਡ ਘਿਓ ਜ਼ਰੂਰ ਪਾਇਆ ਹੋਇਆ, ਪਰ ਸਾਖੀਆਂ ਸੱਚ ਹੈਗੀਆਂ ਨੇ। ਅਤੇ ਇਹਨਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਲਿਖਿਆ ਹੋਇਆ, ਕਹਿ ਕਬੀਰ ਜਨ ਭਏ ਖਾਲਸੇ, ਕਹਿ ਕਬੀਰ ਜਨ ਭਏ ਭਗਤ ਜੇ ਜਾਨੀ। ਸੋ ਇਸ ਕਰਕੇ ਪ੍ਰੇਮਾ ਭਗਤੀ ਸਭ ਤੋਂ ਉੱਪਰ ਹੈ। ਵੈਸੇ 9 ਭਗਤੀਆਂ ਨੇ ਤੇ ਪ੍ਰੇਮਾ ਭਗਤੀ ਨੂੰ ਸਰਵੋਤਮ ਮੰਨਿਆ ਗਿਆ ਹੈ, ਤੇ ਖਾਲਸਾ ਵੀ ਉਸੇ ਨੂੰ ਹੀ ਮੰਨਿਆ ਹੈ ਗੁਰਬਾਣੀ ਅਨੁਸਾਰ, ਜਿਹਦੇ ਅੰਦਰ ਪ੍ਰੇਮਾ ਭਗਤੀ ਹੈ। ਸੋ ਆਪਾਂ ਨੂੰ ਗੁਰੂ ਨਾਲ ਪ੍ਰੇਮ ਕਰਕੇ ਪ੍ਰੇਮਾ ਭਗਤੀ ਆਪਣੇ ਅੰਦਰ ਲਿਆਉਣ ਦੀ ਲੋੜ ਹੈ।
ਪ੍ਰੇਮਾ ਭਗਤੀ ਨੂੰ ਜਿਹੜਾ ਦੂਸਰੇ ਸ਼ਬਦਾਂ ਦੇ ਵਿੱਚ ਭਾਵ ਭਗਤ ਵੀ ਲਿਖਿਆ ਗੁਰੂ ਸਾਹਿਬ ਨੇ ਕਈ ਥਾਵਾਂ ਤੇ, ਪਰ ਭਾਵ ਦਾ ਅਰਥ ਵੀ ਪ੍ਰੇਮ ਹੈ। ਸਾਰੀ ਗੱਲ ਦਾ ਅਰਥ ਤੇ ਪ੍ਰੇਮਾ ਭਗਤੀ ਹੈ। ਪ੍ਰੇਮਾ ਭਗਤੀ ਦੇ ਅਧੀਨ ਹੀ ਇਹ ਲਿਖਿਆ ਕਿ ਜੇ ਸਹਿ ਕੰਠ ਨਾ ਲੱਗੀਆਂ ਜਲਨ ਸੇ ਬਾਹੜੀਆਂ, ਜਿਹੜੀਆਂ ਆਪਣੇ ਗੁਰੂ ਦੇ ਸਾਰੇ ਔਗਣ ਦੂਰ ਕਰ ਸਕਦਾ। ਇਹ ਸ਼ਕਤੀ ਸੰਸਾਰ ਦੇ ਕਿਸੇ ਵਿਗਿਆਨਕ ਕੋਲ ਨਹੀਂ ਹੈਗੀ, ਇੱਕ ਕੋਲ ਨਹੀਂ, ਸਾਰੇ ਰਲ ਜਾਣ ਤਾਂ ਵੀ ਨਹੀਂ ਹੈਗੀ ਉਹਨਾਂ ਦੇ ਕੋਲ। ਤੇ ਉਹ ਗੱਲ ਕਰਦੇ ਨੇ ਧਰਮ ਨੂੰ ਜਾਂ ਗੁਰੂ ਨੂੰ ਜਾਂ ਗੁਰੂ ਦੀਆਂ ਸ਼ਕਤੀਆਂ ਨੂੰ ਮਿਣਨ ਦੀ ਗੱਲ ਕਰਦੇ ਨੇ, ਵੀ ਜਿਹੜੀ ਚੀਜ਼ ਦੇ ਵਾਸਤੇ ਕੋਈ ਮੀਟਰ ਬਣਿਆ ਹੀ ਨਹੀਂ, ਉਹਦਾ ਮਾਪਦੰਡ ਬਣਿਆ ਹੀ ਨਹੀਂ, ਤੁਸੀਂ ਕਿੱਥੋਂ ਮਿਲ ਸਕਦੇ ਹੋ? ਉਹਨਾਂ ਦੀ ਗਲਤੀ ਹੈ। ਔਰ ਇਸ ਗੱਲ ਨੂੰ ਸਾਨੂੰ ਧਿਆਨ ਵਿੱਚ ਰੱਖ ਕੇ ਗੁਰੂ ਨੂੰ ਸਦਾ ਹੀ ਯਾਦ ਰੱਖਣਾ ਚਾਹੀਦਾ। ਹੁਕਮ ਤਾਂ ਸਾਨੂੰ ਹੈਗਾ ਕਿ ਸਵਾਸ ਗ੍ਰਾਸ ਨਾਮ ਜਪੋ, ਪਰ ਸਵਾਸ ਗ੍ਰਾਸ ਜੇ ਨਹੀਂ ਵੀ ਜਪਿਆ ਜਾਂਦਾ, ਜਦੋਂ ਵੀ ਕੰਮ ਕਰਦਿਆਂ ਮੂੰਹ ਵਿਹਲਾ ਹੁੰਦਾ ਉਦੋਂ ਨਾਮ ਜਪਿਆ ਕਰੀਏ ਜਾਂ ਬਾਣੀ ਪੜ੍ਹਿਆ ਕਰੀਏ। ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਇਹ ਵੀ ਲਿਖਿਆ, ਆਇਆ ਸੁਣਨ ਪੜ੍ਹਨ ਕੋ ਬਾਣੀ। ਸੋ ਇਸ ਕਰਕੇ ਬਾਣੀ ਪੜ੍ਹਨ ਨਾਲ ਵੀ ਸਾਡਾ ਭਲਾ ਹੁੰਦਾ। ਅਤੇ ਜਦੋਂ ਜਿੰਨਾ ਚਿਰ ਆਪਾਂ ਨਾਮ ਜਪਾਂਗੇ, ਬਾਣੀ ਪੜ੍ਹਾਂਗੇ, ਉਨਾ ਚਿਰ ਆਪਾਂ ਗੱਲਾਂ ਨਹੀਂ ਕਰਾਂਗੇ। ਗੱਲਾਂ ਕਰਾਂਗੇ ਤੇ ਫਿਰ ਬੋਲਤ ਬੋਲਤ ਵਧੇ ਵਿਕਾਰਾ, ਫਿਰ ਕੋਈ ਨਾ ਕੋਈ ਗਲਤ ਗੱਲ ਮੂੰਹੋਂ ਨਿਕਲ ਜਾਂਦੀ ਹੈ, ਕਿਸੇ ਨਾਲ ਝਗੜਾ ਹੋ ਜਾਂਦਾ ਹੈ, 100 ਗੱਲਾਂ ਹੁੰਦੀਆਂ ਨੇ। ਉਹ ਆਪਾਂ ਨੂੰ ਗੱਲਾਂ ਕਰਨ ਦੀ ਬਜਾਏ ਨਾਮ ਜਪਣਾ ਚਾਹੀਦਾ ਹੈ ਅਤੇ ਬਾਣੀ ਪੜ੍ਹਨੀ ਚਾਹੀਦੀ ਹੈ। ਕਥਾ ਸੁਣਨੀ ਚਾਹੀਦੀ ਹੈ, ਕਥਾ ਕਰਨੀ ਚਾਹੀਦੀ ਹੈ। ਸਾਧ ਸੰਗਤ ਜੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਵਾਸਤੇ 10ਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ, ਰਾਮ ਸਿੰਘ ਮੇਰੋ ਹੋਏ ਨਾਮਾ, ਬਾਢੀ ਸੁਤ ਭੈਣੀ ਕੋ ਧਾਮਾ, ਕਲਯੁਗ ਮੈਂ ਸਤਯੁਗ ਵਰਤਾਉਂ, ਤਭੀ 12ਵਾਂ ਬਪ ਕਹਾਉਂ। ਸੋ ਉਸ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਰਕੇ ਅੱਜ ਨਾਮਧਾਰੀਆਂ ਦਾ ਨਾਮ ਹੈ, ਨਾਮਧਾਰੀਆਂ ਦੀ ਹਸਤੀ ਹੈ। ਉਹ ਸਤਿਗੁਰੂ ਰਾਮ ਸਿੰਘ ਜੀ ਨੂੰ ਸਦਾ ਹੀ ਯਾਦ ਰੱਖਿਆ ਕਰੋ। ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਵਾਸਤੇ ਇਹ ਵੀ ਲਿਖਿਆ ਹੋਇਆ, ਦੁਆਦਸ ਪੁਰਖ ਹੈ ਆਦਿ ਸੇ ਸਭਨ ਕੇ ਸਿਰਮੌਰ। ਸੋ ਸਾਧ ਸੰਗਤ ਜੀ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ 10ਵੇਂ ਪਾਤਸ਼ਾਹ ਨੇ ਆਪ ਗੱਦੀ ਦਿੱਤੀ ਤੇ ਉਹ 11ਵੇਂ ਸਤਿਗੁਰੂ ਹੋਏ, ਜਿਨ੍ਹਾਂ ਦੇ ਵਾਸਤੇ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੋਇਆ, ਬੇਰ 11ਵੀਂ ਜਬ ਹਮ ਆਵੇਂ ਤਾਤੇ ਕੋਏ ਹਮ ਲਖ ਪਾਰ। ਸੋ ਗੁਪਤ 11ਵਾਂ ਖੇਲ ਸੀ, ਕੋਏ ਪਾਵੈ ਪਾਰ। ਸੋ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰੋ, ਉਸ ਤੋਂ ਬਾਅਦ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਰੱਖਿਆ ਕਰੋ ਅਤੇ ਆਪਣੇ ਗੁਰੂ ਦਾ ਜਸ ਕਰੋ। ਲੋਕਾਂ ਨੂੰ ਦੱਸੋ ਕਿ ਸਾਡਾ ਗੁਰੂ ਕੀ ਸੀ, ਉਹਨੇ ਕੀ ਕੀ ਕਿਰਪਾ ਕੀਤੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਬੜੀਆਂ ਕਰਾਮਾਤਾਂ ਵਿਖਾਈਆਂ ਅਤੇ ਸਤਿਗੁਰੂ ਰਾਮ ਸਿੰਘ ਜੀ ਨੇ ਸਾਨੂੰ ਇਹ ਵੀ ਕਿਰਪਾ ਕੀਤੀ, ਉਹਨਾਂ ਨੇ ਇਹ ਹੁਕਮ ਕੀਤਾ ਕਿ ਤੁਸੀਂ ਜੋ ਸ੍ਰੀ ਆਦਿ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੋਇਆ ਉਹਦੇ ਅਨੁਸਾਰ ਜੀਵਨ ਜੀਓ। ਆਪਾਂ ਨੂੰ ਵੀ ਉਹਦੇ ਅਨੁਸਾਰ ਜੀਵਨ ਜਿਉਣਾ ਚਾਹੀਦਾ। ਉਹਦੇ ਵਿੱਚ ਜਿਹੜਾ ਸਿੱਖੀ ਦੀ ਨਿਸ਼ਾਨੀ ਲਿਖੀ ਹੈ, ਉਹਦੀ ਮੈਂ ਛੋਟੀ ਜਿਹੀ ਆਪ ਜੀ ਨੂੰ ਵਿਆਖਿਆ ਦੱਸਦਾ, ਕਿਉਂਕਿ ਉਹਦੇ ਵਿੱਚ
1428 ਜਾਂ 30 ਪੱਤਰੇ ਨੇ ਤੇ ਬੜੀ ਪ੍ਰਕਾਰ ਦੀ ਰਚਨਾ ਉਹਦੇ ਵਿੱਚ। ਉਹ ਸਾਰੇ ਕੁਛ ਨੂੰ ਪੜ੍ਹਨਾ, ਕਰਨਾ, ਸਮਝਣਾ ਹਰ ਮਨੁੱਖ ਦੇ ਵੱਸ ਦੀ ਗੱਲ ਨਹੀਂ। ਸਿਰਫ ਉਹਦੇ ਵਿੱਚੋਂ ਤੱਤ ਦੀਆਂ ਕੁਛ ਗੱਲਾਂ ਆਪ ਦੱਸਦਾ। ਸਭ ਤੋਂ ਪਹਿਲਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਡੇ ਗੁਰੂ ਜੀ ਨੇ ਸਾਨੂੰ ਭਗਤੀ ਕਰਨ ਲਾਇਆ। ਭਗਤੀ ਕਰਨ ਲਾਇਆ, ਥਾਂ ਥਾਂ ਤੇ ਭਗਤੀ ਦੀ ਗੱਲ ਹੈ। ਉਹਦੇ ਕਰਕੇ ਉਹਨਾਂ ਨੇ ਭਗਤਾਂ ਦੀ ਸ਼ੋਭਾ ਕੀਤੀ ਹੈ, ਭਗਤਾਂ ਦੇ ਗੁਣ ਦੱਸੇ ਨੇ, ਭਗਤਾਂ ਦੀ ਚਾਲ ਦੱਸੀ ਹੈ। ਤੀਸਰੇ ਪਾਤਸ਼ਾਹ ਨੇ ਆਨੰਦ ਦੀ 13ਵੀਂ ਪੌੜੀ ਦੇ ਵਿੱਚ ਇੱਕ ਸ਼ਬਦ ਲਿਖਿਆ ਹੈ, ਉਹਦੀਆਂ ਤੁਕਾਂ ਆਪ ਜੀ ਨੂੰ ਮੈਂ ਬੇਨਤੀ ਕਰਦਾ। ਜਿਹੜਾ ਆਨੰਦ ਆਪਾਂ ਆਮ ਤੌਰ 'ਤੇ ਪੜ੍ਹਦੇ ਹਾਂ, ਸੁਣਦੇ ਹਾਂ, ਇਹ ਆਨੰਦ 6 ਪੌੜੀਆਂ ਨੇ। ਅਸਲ ਵਿੱਚ 40 ਪੌੜੀਆਂ ਨੇ, ਜਿਹਦੇ ਵਿੱਚੋਂ ਅਸੀਂ 5 ਪਹਿਲੀਆਂ ਤੇ ਇੱਕ ਅਖੀਰਲੀ ਪੜ੍ਹ ਲੈਂਦੇ ਹਾਂ। ਸੋ ਇਹ 13ਵੀਂ ਪੌੜੀ ਹੈ, ਜਿਹਦੇ ਵਿੱਚ ਲਿਖਿਆ ਭਗਤਾ ਕੀ ਚਾਲ ਨਿਰਾਲੀ। ਸਿੱਖ ਪੰਥ ਸਾਧ ਸੰਗਤ ਜੀ ਭਗਤੀ ਮਾਰਗ ਹੈ। ਸਿੱਖ ਪੰਥ ਭਗਤੀ ਮਾਰਗ ਹੈ ਤੇ ਇਹਦੇ ਵਿੱਚ ਹਰ ਗੱਲ ਭਗਤਾਂ ਦੀ ਹੈ। ਉਹਦਾ ਨਾਮ ਕੁਛ ਵੀ ਹੋ ਸਕਦਾ ਹੈ। ਭਗਤਾ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾ ਕੇਰੀ ਬਿਖਮ ਮਾਰਗ ਚੱਲਣਾ। ਭਗਤਾਂ ਦੀ ਚਾਲ ਲੋਕਾਂ ਨਾਲੋਂ ਵੱਖਰੀ ਹੁੰਦੀ ਹੈ। ਬੜੇ ਥਾਵਾਂ ਤੇ ਗੁਰੂ ਸਾਹਿਬ ਨੇ ਇਹ ਵੀ ਲਿਖਿਆ ਕਿ ਲੋਕ ਲਾਜ ਛੱਡ ਕੇ ਲੋਕਾਂ ਵਾਂਗੂ ਨਾ ਬਣ ਕੇ ਤੇ ਤੂੰ ਭਗਤ ਬਣ ਤੇ ਗੁਰੂ ਦੇ ਰਸਤੇ ਤੇ ਆ। ਚਾਲਾ ਨਿਰਾਲੀ, ਭਗਤਾ ਕੇਰੀ ਬਿਖਮ ਮਾਰਗ ਚੱਲਣਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਬਹੁਤ ਨਹੀਂ ਬੋਲਣਾ। ਚਾਲਾ ਨਿਰਾਲੀ, ਭਗਤਾ ਕੇਰੀ ਬਿਖਮ ਮਾਰਗ। ਬਿਖਮ ਦਾ ਮਤਲਬ ਔਖਾ, ਔਖੇ ਰਾਹ ਚੱਲਣਾ। ਔਖਾ ਰਾਹ ਕੀ ਹੈਗਾ ਕਿ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ। ਕਾਮ ਕਰੋ, ਲੋਭ ਮੋਹ ਹੰਕਾਰ ਈਰਖਾ ਵਕੀਲੀ ਨਿੰਦਿਆ ਚੁਗਲੀ ਆਦਿ ਨੂੰ ਛੱਡ ਕੇ ਤੇ ਤ੍ਰਿਸ਼ਨਾ, ਮੇਰੇ ਕੋਲ ਆ ਵੀ ਹੋਵੇ, ਆ ਵੀ ਹੋਵੇ, ਆ ਵੀ ਹੋਵੇ, ਆਹ ਚੀਜ਼ ਵੀ ਚਾਹੀਦੀ ਹੈ, ਇਸ ਭਾਵਨਾ ਨੂੰ ਛੱਡ ਕੇ ਚੱਲ। ਬਹੁਤਾ ਨਹੀਂ ਬੋਲਣਾ। ਇਹ ਕੰਮ ਕਰਨੇ ਜਿਹੜੇ ਨੇ, ਇਹਨਾਂ ਕੰਮਾਂ ਕਰਕੇ ਇਹਨੂੰ ਬਿਖਮ ਮਾਰਗ ਕਿਹਾ ਗਿਆ, ਇਹਨੂੰ ਔਖਾ ਮਾਰਗ ਕਿਹਾ ਗਿਆ। ਤੇ ਫਿਰ ਇੱਥੋਂ ਤੱਕ ਕੋਈ ਬਚਨ ਕੀਤਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਹ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਖੰਨਿਓ ਤਿੱਖੀ ਭਾਵ ਖੰਡੇ ਤੋਂ ਵੀ ਤਿੱਖੀ। ਇਹ ਖੰਡੇ ਤੋਂ ਵੀ ਤਿੱਖਾ ਇਹ ਰਸਤਾ ਹੈ ਜਿਹਦੇ ਉੱਤੇ ਤੁਰ ਕੇ ਜਾਣਾ ਹੈ, ਤੇ ਵਾਲ ਤੋਂ ਵੀ ਬਰੀਕ ਹੈ। ਭਾਈ ਗੁਰਦਾਸ ਜੀ ਨੇ ਵੀ ਇਹਦੇ ਬਾਰੇ ਉਹਨਾਂ ਨੇ ਆਪਣੇ ਸ਼ਬਦਾਂ 'ਚ ਇਹੋ ਜਿਹੀ ਸ਼ਬਦਾਵਲੀ ਵਿੱਚ ਹੀ ਲਿਖਿਆ। ਪਰ ਇਹ ਤਾਂ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦਾ ਬਚਨ ਹੈ ਕਿ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਹੁਣ ਜਿਹੜਾ ਸਿੱਖੀ ਨੂੰ ਕਿਹਾ ਜਾਂਦਾ ਹੈ ਕਿ ਸਿੱਖੀ ਜਿਹੜੀ ਹੈ ਉਹ ਤਿੱਖੀ ਧਾਰ ਹੈ। ਸਿੱਖੀ ਖੰਨਿਓ ਤਿੱਖੀ ਵਾਲੋ ਨਿੱਕੀ। ਉਹ ਖੰਨਿਓ ਤਿੱਖੀ ਵਾਲੋ ਨਿੱਕੀ ਦਾ ਮਤਲਬ ਹੈਗਾ ਕਿ ਆਪਣੀ ਤ੍ਰਿਸ਼ਨਾ ਛੱਡਣੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਛੱਡਣੇ ਨੇ। ਸਿੱਖੀ ਦਾ ਅਰਥ ਜੋ ਅੱਜ ਸਾਨੂੰ ਸਮਝਾ ਦਿੱਤਾ ਜਾਂਦਾ ਕਿ ਭਾਈ ਤਾਰੂ ਸਿੰਘ ਜੀ ਵਾਂਗੂ ਖੋਪੜੀਆਂ ਲਵਾਉਣੀਆਂ ਨੇ, ਉਹ ਨਹੀਂ ਹੈਗਾ। ਉਹ ਤਾਂ ਕਿਤੇ ਜੇ ਲੋੜ ਪਵੇ, ਕਦੀ ਕਦਾਈ ਕੋਈ ਵਿਪਤਾ ਪਵੇ ਧਰਮ ਤੇ ਉਦੋਂ ਧਰਮ ਨਹੀਂ ਹਾਰਨਾ, ਖੋਪੜੀ ਵੀ ਭਾਵੇਂ ਲੈ ਜਾਵੇ। ਪਰ ਹਰ ਵੇਲੇ ਤੇ ਥੋੜ੍ਹਾ ਜਾ ਕੇ ਕਿਸੇ ਨੂੰ ਆਖਣਾ ਕਿ ਲੈ ਬਈ ਲਿਆ ਰੰਬੀ ਤੇ ਮੇਰੀ ਖੋਪੜੀ ਲਾ ਦੇ। ਹਰ ਵੇਲੇ ਆਪਣੇ ਆਪ ਨੂੰ ਸਮਝਾਉਣਾ ਹੈ ਤੇ ਤ੍ਰਿਸ਼ਨਾ ਛੱਡਣੀ ਹੈ। ਸੋ ਇਸ ਕਰਕੇ ਇਹ ਮਾਰਗ ਬਿਖਮ ਹੈ, ਔਖਾ ਹੈ, ਇਹ ਖੰਡੇ ਦੀ ਧਾਰ ਵਰਗਾ ਹੈ ਅਤੇ ਬਹੁਤ ਬਰੀਕ ਹੈ। ਇਸ ਰਸਤੇ 'ਤੇ ਚੱਲ ਕੇ ਅਸੀਂ ਸਿੱਖੀ ਅਪਣਾਉਣੀ ਹੈ, ਗੁਰੂ ਕੇ ਬਚਨ ਨੂੰ ਧਾਰਨ ਕਰਨਾ। ਹੁਣ ਇਸ ਰਸਤੇ 'ਤੇ ਚੱਲਣ ਵਾਸਤੇ ਜਦੋਂ ਗੁਰੂ ਸਾਹਿਬ ਨੇ ਆਪ ਹੀ ਲਿਖ ਦਿੱਤਾ ਕਿ ਬਿਖਮ ਮਾਰਗ ਔਖਾ ਹੈ, ਖੰਡੇ ਦੀ ਧਾਰ ਦੇ ਉੱਤੇ ਕਿਵੇਂ ਤੁਰਿਆ ਜਾਏਗਾ, ਇੰਨੀ ਬਰੀਕ ਚੀਜ਼ ਦੇ ਉੱਤੇ ਤੁਰਿਆ ਕਿਵੇਂ ਜਾਵੇਗਾ।
ਤੇ ਉਂਝ ਵੀ ਤੁਰਦੇ ਹਾਂ ਉਹਦੇ 'ਤੇ ਤੁਰਾਂਗੇ ਤੇ ਵੱਢਿਆ ਜਾਏਗਾ। ਉਹ ਇਸ ਕਰਕੇ ਬਹੁਤ ਔਖਾ ਮਾਰਗ ਹੈ, ਪਰ ਜਿੰਨਾ ਕੁ ਆਪਾਂ ਚੱਲ ਸਕੀਏ ਓਨਾ ਕੁ ਹੀ ਚੱਲੀਏ। ਇਹਦੇ ਵਾਸਤੇ ਜਦੋਂ ਅਸੀਂ ਹਰ ਵੇਲੇ ਸੋਚਦੇ ਰਹਾਂਗੇ ਫਿਰ ਹੀ ਸਾਡੇ ਮਨ ਦੇ ਅੰਦਰ ਕੋਈ ਕੁਛ ਸਮਝ ਆਏਗੀ, ਸਾਡੀਆਂ ਆਦਤਾਂ ਬਦਲਣਗੀਆਂ। ਤੇ ਇਹਦੇ ਵਾਸਤੇ ਭਾਈ ਗੁਰਦਾਸ ਜੀ ਨੇ ਲਿਖਿਆ, ਗੁਰਸਿੱਖੀ ਬਾਰੀਕ ਹੈ ਸਿਲ ਚੱਟਣ ਫਿੱਕੀ, ਤਿੱਖੀ ਖੰਡੇ ਧਾਰ ਹੈ ਉਹ ਵਾਲੋ ਨਿੱਕੀ। ਸੋ ਇਹ ਉਹੋ ਹੀ ਗੱਲ, ਸਿਰਫ ਥੋੜ੍ਹਾ ਸ਼ਬਦਾਂ ਦਾ ਫਰਕ ਪਾ ਕੇ ਭਾਈ ਗੁਰਦਾਸ ਜੀ ਨੇ ਲਿਖਿਆ ਹੋਇਆ। ਸਾਧ ਸੰਗਤ ਜੀ, ਜਿਵੇਂ ਮੈਂ ਸ਼ੁਰੂ ਦੇ ਵਿੱਚ ਬੇਨਤੀ ਕੀਤੀ ਸੀ ਕਿ ਇੱਕ ਚਿੱਤ ਹੋਏ, ਇੱਕ ਚਿੱਤ ਜੇ ਇੱਕ ਚਿੰਤ ਆਇਓ, ਮਨ ਦਾ ਟਿਕਾ ਕਰਕੇ ਧਿਆਨ ਧਰ ਕੇ ਗੁਰੂ ਜੀ ਦਾ, ਫਿਰ ਜਿਹੜੀ ਅਸੀਂ ਜਦੋਂ ਗੁਰੂ ਨੂੰ ਧੰਨ ਆਖਾਂਗੇ ਉਹ ਸਾਡੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਕਰੇਗਾ। ਪਰ ਗੱਲ ਤਾਂ ਇਹ ਹੈਗੀ ਹੈ ਕਿ ਸਾਡਾ ਚਿੱਤ ਇੱਕ ਚਿੱਤ ਨਹੀਂ ਹੁੰਦਾ। ਇਹ ਮੰਨਣਾ ਬੜਾ ਔਖਾ ਕਿ ਮੇਰਾ ਮਨ ਨਹੀਂ ਟਿਕਦਾ। ਆ ਚਿੱਟੇ ਕੱਪੜੇ ਪਾਉਣੇ, ਦਾੜੀ ਕੇਸ ਰੱਖਣਾ ਆਦਿ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਬਾਹਰਲਾ ਸਰੂਪ ਹੈ। ਇਹ ਸਹਾਇਤਾ ਕਰਦੀਆਂ ਨੇ ਥੋੜ੍ਹੀ ਥੋੜ੍ਹੀ, ਪਰ ਅਸਲ ਦੇ ਵਿੱਚ ਮਨ ਟਿਕਾਉਣ ਵਾਸਤੇ ਤਾਂ ਮਨ ਟਿਕਾਉਣ ਵਾਲੇ ਉਪਰਾਲੇ ਕਰਨ ਦੀ ਲੋੜ ਹੈ, ਜਿਹਦੇ ਵਿੱਚ ਮਨ ਟਿਕਾਉਣ ਵਾਲੇ ਉਪਰਾਲਿਆਂ ਦੇ ਵਿੱਚ ਮੁੱਖ ਰੂਪ ਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਪੰਜੇ ਗਿਆਨ ਇੰਦਰੇ ਉਹ ਸੰਕੋਚਨ ਦੀ ਲੋੜ ਹੈ। ਜਿੰਨਾ ਚਿਰ ਪੰਜ ਗਿਆਨ ਇੰਦਰੇ ਕੰਮ ਕਰਦੇ ਨੇ ਉਹਨਾਂ ਚਿਰ ਮਨ ਕਿਸੇ ਕੀਮਤ 'ਤੇ ਨਹੀਂ ਟਿਕ ਸਕਦਾ। ਇਹ ਤਾਂ ਪੱਥਰ 'ਤੇ ਲਕੀਰ ਹੈ। ਪੰਜ ਗਿਆਨ ਇੰਦਰੇ ਕੀ ਨੇ, ਕਿੱਥੋਂ ਆਏ ਨੇ? ਮੇਰਾ ਖਿਆਲ ਹੈ ਇਹਦੇ ਵਾਸਤੇ ਆਪਾਂ ਸਾਰਿਆਂ ਨੂੰ ਚੇਤਾ ਵੀ ਨਹੀਂ ਹੋਣਾ ਕਿ ਸਾਡੇ ਪੰਜ ਗਿਆਨ ਇੰਦਰੇ ਕੀ ਨੇ। ਇੰਗਲਿਸ਼ ਵਾਲੇ ਇਹਨੂੰ ਕਹਿੰਦੇ ਨੇ ਕਿ 5 ਸੈਂਸਸ। ਪਰ ਸਾਡੇ ਭਾਰਤ ਦੇ ਸ਼ਾਸਤਰਾਂ ਦੇ ਵਿੱਚ ਤੇ ਇਹ ਪੰਜ ਗਿਆਨ ਇੰਦਰੀਆਂ ਦੀ ਗੱਲ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਕੀਤੀ ਗਈ ਸੀ, ਜਿੱਦਣ ਇੰਗਲਿਸ਼ ਵਾਲਿਆਂ ਨੂੰ ਇੰਨੀ ਸਮਝ ਹੀ ਨਹੀਂ ਸੀ, ਜਾਂ ਇਹ ਭਾਸ਼ਾ ਜਿੱਦਣ ਜੰਮੀ ਹੀ ਨਹੀਂ ਸੀ। ਸੋ ਪੰਜ ਗਿਆਨ ਇੰਦਰੇ ਜਿਹੜੇ ਨੇ ਇਹਨਾਂ ਦੀ ਸਾਰੀ ਗੱਲ ਜਿਹੜੀ ਹੈ, ਵੈਸੇ ਤਾਂ ਸਾਡੇ 10 ਇੰਦਰੀਆਂ ਨੇ, ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਪਰ ਇਹ ਜਿੰਨੀ ਸਾਰੀ ਸੋਚ ਹੈ, ਇਹ ਸਾਰਾ ਸਿਧਾਂਤ ਹੈ, ਇਹ ਸਾਰੀ ਦੀ ਸਾਰੀ ਚੀਜ਼ ਉਹਨਾਂ ਭਾਰਤੀ ਸ਼ਾਸਤਰਾਂ 'ਚੋਂ ਆਉਂਦੀ ਹੈ ਜਿਨ੍ਹਾਂ ਨੂੰ ਅਸੀਂ ਹਿੰਦੂ ਮਿਥਿਹਾਸ ਕਹਿ ਦਿੰਦੇ ਨੇ ਸਾਡੇ ਸਿੱਖ ਵੀਰ। ਭਈ ਜੇ ਉਹ ਹਿੰਦੂ ਮਿਥਿਹਾਸ ਹੈ ਤਾਂ ਗੁਰੂ ਸਾਹਿਬ ਨੇ ਉਹਦੀ ਪ੍ਰੋੜਤਾ ਕਿਉਂ ਕੀਤੀ ਹੈ? ਆਪਣੀ ਗੁਰਬਾਣੀ ਵਿੱਚ ਥਾਂ ਥਾਂ 'ਤੇ ਵੇਦਾਂ ਸ਼ਾਸਤਰਾਂ ਦੀ ਪ੍ਰੋੜਤਾ ਕੀਤੀ ਹੋਈ ਹੈ, ਪਰ ਉਸ ਪ੍ਰੋੜਤਾ ਨੂੰ ਨਾ ਸਮਝ ਕੇ ਸਾਡੇ ਵੀਰ ਜਿਹੜੇ ਨੇ ਉਹ ਸਿਰਫ ਉਹਨਾਂ ਨੂੰ ਮਿਥਿਹਾਸ ਹੀ ਕਹਿਣ ਲੱਗ ਪੈਂਦੇ ਨੇ, ਅਤੇ ਇਹ ਵੀ ਕਹਿੰਦੇ ਨੇ ਕਿ ਹਿੰਦੂਆਂ ਦੀ ਆਹ ਚੀਜ਼ ਅਸੀਂ ਨਹੀਂ ਅਪਣਾਉਣੀ, ਇਹ ਚੀਜ਼ ਨਹੀਂ ਅਪਣਾਉਣੀ। ਹਿੰਦੂਆਂ ਦੀ ਤੇ ਅਸੀਂ ਸਾਰੀਆਂ ਹੀ ਗੱਲਾਂ ਜਿਹੜੀਆਂ ਨੇ, ਜਾਂ ਸਾਰੀਆਂ ਜੇ ਨਹੀਂ ਤਾਂ ਬਹੁਤੀਆਂ ਗੱਲਾਂ, ਮੁੱਢਲੀਆਂ ਗੱਲਾਂ ਤਾਂ ਸਾਰੀਆਂ ਹੀ ਅਸੀਂ ਹਿੰਦੂਆਂ ਦੀਆਂ ਅਪਣਾਈਆਂ ਹੋਈਆਂ ਨੇ, ਪਰ ਅਸਲ 'ਚ ਹਿੰਦੂਆਂ ਦੀਆਂ ਨਹੀਂ ਹੈਗੀਆਂ, ਇਹ ਭਾਰਤੀ ਸੰਸਕ੍ਰਿਤੀ ਦੀਆਂ ਨੇ। ਜਿੱਦਣ ਤੋਂ ਇਹ ਚੀਜ਼ਾਂ ਆਈਆਂ ਨੇ ਉਦਣ ਹਿੰਦੂਆਂ ਦਾ ਨਾਮ ਹੀ ਨਹੀਂ ਸੀ ਕਿਤੇ ਹੈਗਾ। ਸੋ ਪੰਜ ਗਿਆਨ ਇੰਦਰੇ ਨੇ ਅੱਖਾਂ, ਨੱਕ, ਕੰਨ, ਜੀਭ, ਮੂੰਹ ਨਹੀਂ, ਅਤੇ ਚਮੜੀ। ਅੱਖਾਂ ਦਾ ਕੰਮ ਵੇਖ ਕੇ ਕੋਈ ਗਿਆਨ ਪ੍ਰਾਪਤ ਕਰਨਾ, ਉਹਦਾ ਰਸ ਲੈਣਾ। ਨੱਕ ਦਾ ਕੰਮ ਸੁੰਘਣਾ। ਜੀਭ ਦਾ ਕੰਮ ਕੌੜੇ ਖੱਟੇ ਮਿੱਠੇ ਦਾ ਰਸ ਲੈਣਾ। ਕੰਨਾਂ ਦਾ ਕੰਮ ਸੁਣਨਾ, ਅਤੇ ਚਮੜੀ ਦਾ ਸਪਰਸ਼ ਨੂੰ ਮਹਿਸੂਸ ਕਰਨਾ। ਸੋ ਜਿੰਨਾ ਚਿਰ ਇਹ ਪੰਜੇ ਗਿਆਨ ਇੰਦਰੇ ਕੰਮ ਕਰਦੇ ਨੇ ਉਹਨਾਂ ਚਿਰ ਕਿਸੇ ਹਾਲਤ ਵਿੱਚ ਵੀ ਮਨ ਸਾਡਾ ਨਹੀਂ ਟਿਕ ਸਕਦਾ। ਜੇ ਮੇਰੀ ਗੱਲ ਆਪ ਜੀ ਦੇ ਮੰਨਣ 'ਚ ਨਾ ਆਵੇ ਤਾਂ ਆਪ ਤਜਰਬਾ ਕਰਕੇ ਵੇਖ ਲਿਓ ਨਾ ਕਿ ਅੱਖਾਂ ਮਿਟੀਆਂ ਹੋਣ ਜਾਂ ਖੁੱਲ੍ਹੀਆਂ ਹੋਣ, ਕੀ ਉਹਦਾ ਫਰਕ ਨਹੀਂ ਪੈਂਦਾ?
ਅੱਖਾਂ ਖੁੱਲੀਆਂ ਹੋਣ, ਸਾਹਮਣੇ ਮੱਖੀ ਆ ਗਈ, ਮੱਛਰ ਆ ਗਿਆ, ਚੂਹਾ ਆ ਗਿਆ, ਸਾਡਾ ਝੱਟ ਧਿਆਨ ਉੱਧਰ ਜਾਵੇਗਾ। ਔਰ ਜਦੋਂ ਸਾਡੇ ਨੇੜੇ ਤੇੜੇ ਕੋਈ ਧੂਪ ਦਿਖਾਵੇਗਾ, ਸੈਂਟ ਲਾਏਗਾ, ਉਹਦੀ ਵਾਸ਼ਨਾ ਆਵੇਗੀ, ਕੋਈ ਬਦਬੂ ਕਿਤੋਂ ਆ ਗਈ, ਹਵਾ ਇੱਧਰੋਂ ਉੱਧਰੋਂ ਆ ਗਈ, ਉਹਦੇ ਨਾਲ ਸਾਡਾ ਧਿਆਨ ਝੱਟ ਭੰਗ ਹੋ ਜਾਵੇਗਾ। ਜੀਭ ਦੇ ਉੱਤੇ ਅਸੀਂ ਮਿਰਚਾਂ ਰੱਖੀਆਂ ਨੇ ਕਿ ਅਸੀਂ ਟਾਫੀ ਰੱਖੀ ਹੈ, ਮਿੱਠੀ ਚੀਜ਼ ਰੱਖੀ ਹੈ, ਉਹਦੇ ਨਾਲ ਫਰਕ ਪਏਗਾ। ਆਪਾਂ ਸਮਾਧੀ ਲਾ ਕੇ ਬੈਠੇ ਹੋਈਏ, ਇੱਕਦਮ ਕੋਈ ਖੜਕਾ ਹੋ ਜਾਵੇ, ਕੋਈ ਨਿਆਣਾ ਰੋਣ ਲੱਗ ਪਵੇ, ਚਾਂ ਪਾਂ ਹੋ ਜਾਵੇ, ਹਾਰਨ ਵੱਜ ਜਾਵੇ, ਸਾਡਾ ਧਿਆਨ ਭੰਗ ਹੋ ਜਾਵੇਗਾ। ਸਾਡੀ ਚਮੜੀ ਦੇ ਉੱਤੇ ਕੋਈ ਬੱਚਾ ਪੋਲਾ ਪੋਲਾ ਜਿਹਾ ਹੱਥ ਫੇਰਦਾ, ਜਾਂ ਕੋਈ ਚੁੰਡੀ ਵੜਦਾ, ਕੋਈ ਮੱਛਰ ਲੜਦਾ, ਤਾਂ ਵੀ ਸਾਡਾ ਧਿਆਨ ਭੰਗ ਹੁੰਦਾ। ਸੋ ਜਿੰਨਾ ਚਿਰ ਇਹ ਪੰਜੇ ਗਿਆਨ ਇੰਦਰੀ ਕੰਮ ਕਰਦੇ ਨੇ, ਉਹਨਾਂ ਚਿਰ ਧਿਆਨ ਨਹੀਂ ਲੱਗ ਸਕਦਾ। ਇਸ ਕਰਕੇ ਪੰਜੇ ਗਿਆਨ ਇੰਦਰੀਆਂ ਨੂੰ ਸੰਕੋਚ ਕੇ ਬੈਠਿਆਂ ਹੌਲੀ ਹੌਲੀ ਮਨ ਦੇ ਟਿਕਣ ਦੀ ਕੁਛ ਸੰਭਾਵਨਾ ਬਣਦੀ ਹੈ, ਇੱਕਦਮ ਨਹੀਂ ਟਿਕਦਾ। ਵੈਸੇ ਜੇ ਆਪ ਜੀ ਧਿਆਨ ਕਰਕੇ ਵੇਖੋ ਤਾਂ ਪਾਣੀ ਪੀਣ ਲੱਗਿਆਂ ਵੱਧ ਤੋਂ ਵੱਧ 10 ਸਕਿੰਟ ਲੱਗਦੇ ਨੇ, ਸ਼ਾਇਦ ਇਸ ਤੋਂ ਵੀ ਕਈਆਂ ਨੂੰ ਤਾਂ ਘੱਟ ਲੱਗਦੇ ਹੋਣਗੇ। ਪਾਣੀ ਦਾ ਇੱਕ ਗਲਾਸ ਪੀਂਦਿਆਂ 5-7 ਸਕਿੰਟ ਵਿੱਚ ਵੀ ਸਾਡਾ ਮਨ ਨਹੀਂ, ਸਿਰਫ ਪਾਣੀ ਵਿੱਚ ਨਹੀਂ ਹੁੰਦਾ, ਉਹ ਕੰਮ ਕਰਨਾ, ਉਹ ਹੋ ਗਿਆ, ਉਹਨੇ ਗਾਲ ਕੱਢੀ, ਉਹਨੂੰ ਮੈਂ ਕੱਢਣੀ ਹੈ, ਇਸੇ ਪਾਸੇ ਹੀ ਘੁੰਮਦਾ ਰਹਿੰਦਾ ਨਾ। ਇਹ ਮਨ ਬਾਸ਼ੇ ਜਿਉਂ ਨਿਤ ਪਾਉਂਦਿਆਂ ਬਾਣੀ ਵਿੱਚ ਲਿਖਿਆ ਹੋਇਆ। ਸੋ ਸਾਡਾ ਮਨ ਹਰ ਵੇਲੇ ਹੀ ਚੱਲਦਾ ਹੀ ਰਹਿੰਦਾ ਹੈ। ਜਿੰਨਾ ਚਿਰ ਮਨ ਨਹੀਂ ਟਿਕਦਾ, ਉਨਾ ਚਿਰ ਸਾਨੂੰ ਪ੍ਰਾਪਤੀ ਨਹੀਂ ਹੁੰਦੀ। ਸੋ ਮਨ ਟਿਕਾਉਣ ਵਾਸਤੇ ਲੰਬਾ ਚੌੜਾ ਅਭਿਆਸ ਕਰਨਾ ਪੈਂਦਾ ਹੈ। ਇਹ ਕੋਈ ਕੁਝ ਸਕਿੰਟਾਂ ਮਿੰਟਾਂ ਦੀ, ਇੱਕ ਦਿਨ ਦੀ ਖੇਡ ਨਹੀਂ ਹੈਗੀ। ਪਰ ਜਿਹੜੇ ਇਹ ਨਹੀਂ ਕਰ ਸਕਦੇ, ਜਿੰਨਾ ਚਿਰ ਆਪਾਂ ਕਰ ਸਕਦੇ ਹਾਂ, ਥੋੜ੍ਹੀ ਥੋੜ੍ਹੀ ਕੋਸ਼ਿਸ਼ ਮਨ ਟਿਕਾਉਣ ਦੀ ਜੇ ਕਰੀਏ, ਉਹਦੇ ਨਾਲ ਕੁਛ ਪ੍ਰਾਪਤੀ ਤਾਂ ਹੁੰਦੀ ਹੈ। ਸੋ ਇਹ ਜਰਾ ਕੁ ਇਹ ਕਰੋਨਾ ਵਾਲੇ ਹਾਲਾਤ ਕੁਛ ਠੀਕ ਹੁੰਦੇ ਨੇ, ਤਾਂ ਜਿਨ੍ਹਾਂ ਨੂੰ ਸਮਾਧੀ ਲਾਉਣ ਦੀ ਇੱਛਾ ਹੋਵੇ, ਮਨ ਟਿਕਾਉਣ ਦੀ ਇੱਛਾ ਹੋਵੇ, ਉਹ ਇੱਕ ਬੋਧੀ ਸੰਤਾਂ ਵੱਲੋਂ ਵਿਪੱਛਨਾ ਨਾਮ ਦੀ ਸਮਾਧੀ ਲਾਉਣ ਦੇ ਟੈਕਨੀਕ ਢੰਗ ਦੱਸਿਆ ਜਾਂਦਾ। ਉਹ 10 ਦਿਨ ਵਾਸਤੇ ਕਰਵਾਉਂਦੇ ਨੇ ਬਿਨਾਂ ਖਰਚੇ ਤੋਂ, ਰੋਟੀ ਪਾਣੀ ਸਭ ਉਹ ਦਿੰਦੇ ਨੇ। ਜਿਨ੍ਹਾਂ ਨੂੰ ਵੀ ਤੁਹਾਨੂੰ ਇੱਛਾ ਹੋਵੇ, ਉਹ ਨੇੜੇ ਵਿਪੱਛਨਾ ਕੇਂਦਰ ਲੱਭ ਲਓ, ਆਪਣੇ ਨੈੱਟ ਤੋਂ ਸਰਚ ਕਰਕੇ, ਅਤੇ ਉੱਥੇ ਜਾ ਕੇ 10 ਦਿਨ ਦਾ ਉਹਨਾਂ ਦਾ ਸ਼ਿਵਰ ਲਾਓ। ਉਹ ਕਿਸੇ ਦਾ ਕੋਈ ਆਪਣਾ ਨਾਮ ਨਹੀਂ ਜਪਾਉਂਦੇ। ਹਾਂ, ਉੱਥੇ ਜਾ ਕੇ ਜਦੋਂ ਉਹਨਾਂ ਦੀਆਂ ਗੱਲਾਂ ਸੁਣੋਗੇ, ਉਹਦੇ ਨਾਲ ਕੁਛ ਪ੍ਰਭਾਵ ਤਾਂ ਆਉਂਦਾ ਹੀ ਹੈ ਉਹਨਾਂ ਦੇ ਧਰਮ ਦਾ। ਪਰ ਬੁੱਧ ਜੀ ਵੀ ਸਾਡੇ ਸਨ, ਕੋਈ ਮਾੜੀ ਗੱਲ ਨਹੀਂ ਗੀ। ਇੱਕ ਤੁਹਾਨੂੰ ਕੁਛ ਸਮਝ ਆਏਗੀ ਕਿ ਸਮਾਧੀ ਕੀ ਚੀਜ਼ ਹੈ, ਅਤੇ ਉਹਦੇ ਨਾਲ ਕਿਹੋ ਜਿਹਾ ਕੁਛ ਅਸੀਂ ਮਹਿਸੂਸ ਕਰਦੇ ਹਾਂ। ਉਸ ਤੋਂ ਬਾਅਦ ਫਿਰ ਆਪਾਂ ਆਪਣੀ, ਸਾਡਾ ਤਰੀਕਾ ਆਪਣਾ, ਉਹਨਾਂ ਦਾ ਆਪਣਾ, ਪਰ ਉਹਦੇ ਨਾਲ ਜੋ ਸਮਾਧੀ ਲਾਉਣ ਦੀ ਉਹ ਜਾਂਚ ਦੱਸਦੇ ਨੇ, ਉਹ ਜਾਂਚ ਅਤੀ ਉੱਤਮ ਹੈਗੀ ਹੈ। ਉਹ ਜਾਂਚ ਸਿੱਖੋ, ਉਹਦੇ ਨਾਲ ਤੁਹਾਨੂੰ ਵੀ ਜਾਂਚ ਆਏਗੀ। ਹੁਣ ਸਾਰੇ ਹੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੂੰ ਯਾਦ ਕਰੋ ਅਤੇ ਉਹਨਾਂ ਦਾ ਧਿਆਨ ਧਰ ਕੇ ਜੋ ਤੁਹਾਡੀ ਇੱਛਾ ਉਹਨਾਂ ਤੋਂ ਮੰਗੋ, ਸੱਚੇ ਪਾਤਸ਼ਾਹ ਕਿਰਪਾ ਕਰਨਗੇ। ਸਾਰੇ ਆਖੋ ਧੰਨ ਸਤਿਗੁਰੂ ਰਾਮ ਸਿੰਘ ਜੀ।